ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਤਸਵੀਰ ਤੁਸੀਂ ਦੇਖ ਰਹੇ ਹੋ। ਤਸਵੀਰ ਦੇ ਵਿੱਚ ਕੁਝ ਜਿਹੜੇ ਬੰਦੇ ਆ ਖੜੇ ਆ, ਤੇ ਇਹ ਗੁਰੂ ਘਰ ਦੀ ਕਮੇਟੀ ਹੈ ਫਰਿਜਨੋ ਦੇ ਵਿੱਚ। ਤੇ ਇਹ ਇੱਕ ਵਧਾਈ ਦਿੰਦੇ ਆ ਬਾਬਾ ਮੱਖਣ ਸ਼ਾਹ ਲਵਾਣਾ ਕਮੇਟੀ ਨੂੰ। ਨਿਊਯਾਰਕ ਦੇ ਵਿੱਚ ਜਿਹੜੀ ਕਮੇਟੀ ਹੈ, ਜਿਹੜੀ ਉੱਥੇ ਹੈਪਨ ਹੋਈ ਹੈ, ਜਿਹੜੀ ਲੜਾਈ ਹੋਈ ਹੈ, ਤੇ ਨਾਲੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਉਹਨਾਂ ਨੇ ਬਹੁਤ ਸ਼ਲਾਘਾਯੋਗ ਕਦਮ ਪੱਟਿਆ ਵੀ ਉੱਥੇ ਪੱਗਾਂ ਲੱਥੀਆਂ ਆ, ਤੇ ਉੱਥੇ ਜਿਹੜਾ ਜੋ ਵੀ ਘਟਨਾ ਘਟੀ ਹੈ, ਤੇ ਉਹਨਾਂ ਦੀ ਇਹ ਪ੍ਰਸ਼ੰਸਾ ਕਰਦੇ ਆ। ਸੋ ਹੁਣ ਇਹ ਆਪਣੀ ਕਮੇਟੀ ਦੇ ਥਰੂ ਅਨਾਊਂਸਮੈਂਟ ਕਰਦੇ ਆ ਕਿ ਆਪਾਂ ਉਹ ਸਰਬਜੀਤ ਸਿੰਘ ਧੁੰਦੇ ਨੂੰ ਇੱਥੇ ਫਰਿਜਨੋ ਬੁਲਾਉਣਾ। ਜੀ ਸਦਕੇ ਬੁਲਾਓ, ਕੋਈ ਗੱਲ ਨਹੀਂ, ਬੁਲਾਉਣਾ ਚਾਹੀਦਾ। ਪਰ ਤੁਹਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਸਿੱਖ ਹੋ। ਤੁਸੀਂ ਕਿਹੜੀਆਂ ਜਿਹੜੀਆਂ ਦਸਤਾਰਾਂ ਬੰਨੀਆਂ ਸਿਰ ਦੇ ਉੱਤੇ, ਸਿਰ 'ਤੇ ਦਸਤਾਰਾਂ ਬੰਨ੍ਹ ਕੇ ਤੁਹਾਨੂੰ ਇਹ ਨਹੀਂ ਪਤਾ, ਜੇ ਤੁਸੀਂ ਅਣਖ ਤੇ ਗੈਰਤ ਰੱਖਦੇ ਹੋ, ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਜੋ ਬੋਲ ਜਿਹੜਾ ਹੈਗਾ ਸਰਬਜੀਤ ਸਿੰਘ ਧੁੰਦਾ ਬੋਲਦਾ ਆ, ਉਹ ਕਹਿੰਦਾ ਆ ਕਿ ਆਪਾਂ ਗਿਆਨ ਲੈਣਾ ਗੁਰੂ ਕੋ, ਹੈ ਨਾ ਜੀ, ਗਿਆਨ ਲੈਣਾ ਆ। ਜੇ ਗਿਆਨ ਲੈਣਾ ਆ, ਉਸ ਗਿਆਨ ਨੂੰ ਸਿਰ ਦੇ ਵਿੱਚ ਆਪਣਾ ਸਮਝਣਾ ਆ, ਜਿੱਦਾਂ ਢੱਡਰੀਆਂ ਵਾਲਾ ਕਹਿੰਦਾ, ਹੈ ਨਾ। ਅਤੇ ਉਹੀ ਜਿਹੜਾ ਗਿਆਨ ਇਹ ਧੁੰਦਾ ਜਿਹੜਾ ਹੈਗਾ ਤੁਹਾਨੂੰ ਦੱਸ ਰਿਹਾ, ਤੁਹਾਡੇ ਵਰਗੇ ਲੋਕਾਂ ਨੂੰ, ਹੈ ਨਾ ਜੀ। ਹੁਣ ਉਹ ਗਿਆਨ ਦੇ ਦਿਵਾਲੇ, ਜੇ ਗਿਆਨ ਤਾਂ ਸਮਝਣ ਵਾਸਤੇ ਹੁੰਦਾ, ਲੈਣ ਵਾਸਤੇ ਹੁੰਦਾ, ਫਿਰ ਤੁਸੀਂ ਆਪਣੇ ਪਰਿਵਾਰਾਂ ਵਿੱਚ ਜਾਓ, ਆਪਣੇ ਘਰਾਂ ਵਿੱਚ ਜਾਓ, ਅਤੇ ਆਪਣੇ ਜਿਹੜੀਆਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਹੋ, ਵਿਆਹ ਕਰਦੇ ਹੋ, ਫਿਰ ਪਰਿਕਰਮਾ ਕਿਉਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿਵਾਲੇ, ਸਤਿਗੁਰਾਂ ਦੇ ਦਿਵਾਲੇ ਪਰਿਕਰਮਾ ਕਰਨ ਦਾ ਕੀ ਮਤਲਬ ਬਣਦਾ ਹੈ? ਜੇ ਇਕੱਲਾ ਗਿਆਨ ਹੀ ਨਹੀਂ ਹੈ ਗੁਰੂ, ਵੀ ਗੁਰੂ ਸਾਹਿਬ ਨੂੰ ਇੱਕ ਗਿਆਨ ਦੇ ਰੂਪ ਦੇ ਵਿੱਚ ਤੁਸੀਂ ਦੇਖਦੇ ਹੋ, ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਇੱਕ ਗਿਆਨ ਦੇ ਰੂਪ ਦੇ ਵਿੱਚ ਦੇਖਦੇ ਹੋ, ਇੱਕ ਸਮਾਜ ਸੁਧਾਰਕ ਦੇ ਤੌਰ 'ਤੇ ਦੇਖਦੇ ਹੋ, ਅਤੇ ਫਿਰ ਉਹਨੂੰ ਪਰਿਕਰਮਾ ਜਿਹੜੀਆਂ ਗੁਰੂ ਸਾਹਿਬ ਦੇ ਦਿਵਾਲੇ ਕਰਦੇ ਹੋ, ਅਤੇ ਉਹਦਾ ਕੋਈ ਤੁੱਕ ਬਣਦੀ ਆ? ਗਿਆਨ ਤਾਂ ਸਮਝਣ ਵਾਸਤੇ ਹੁੰਦਾ ਆ, ਅਤੇ ਗਿਆਨ ਦੇ ਆਲੇ ਦੁਆਲੇ 'ਤੇ ਉਹ ਕੀ ਹੈ ਮਤਲਬ ਵੀ ਉਹ ਫਿਰ ਇਹ ਮਤਲਬ ਵੀ ਤੁਸੀਂ ਫੋਰਮੈਲਿਟੀ ਕਰਦੇ ਵੀ ਹਾਂ ਸਾਰੇ ਸਿੱਖ ਕਰਦੇ ਆ ਅਤੇ ਸਾਨੂੰ ਕਰਨਾ ਪੈਣਾ, ਮਤਲਬ ਇਹੀ ਹੈ ਨਾ ਤੁਹਾਡਾ ਫਿਰ ਵੀ ਤੁਹਾਡੇ ਫਿਰ ਡਰਾਮਾ ਕਰ ਰਹੇ ਨਾ ਤੁਸੀਂ, ਮਤਲਬ ਅਸਲ ਦੇ ਵਿੱਚ ਤੁਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ, ਸਤਿਗੁਰੂ ਨੂੰ ਪ੍ਰਤੱਖ ਨਹੀਂ ਮੰਨਦੇ। ਕਿਉਂਕਿ ਜੇ ਤੁਸੀਂ ਪ੍ਰਤੱਖ ਮੰਨਦੇ ਆ, ਫਿਰ ਹੀ ਤੁਸੀਂ ਪਰਿਕਰਮਾ ਕਰ ਸਕਦੇ ਆ ਕਿ ਗੁਰੂ ਸਾਹਿਬ ਇੱਕ ਅਦੁੱਤੀ ਸ਼ਕਤੀ ਆ, ਇੱਕ ਰੱਬ ਹੈ, ਪਰਮਾਤਮਾ ਆ। ਹੁਣ ਰੱਬ ਕੀ ਅਦ੍ਰਿਸ਼ਟ ਸ਼ਕਤੀ ਹੈ। ਮੈਂ ਵਾਰ-ਵਾਰ ਇਹ ਗੱਲ ਤਾਂ ਕਰਕੇ ਕਰਦਾ ਕਿਉਂਕਿ ਅਦ੍ਰਿਸ਼ਟ ਸ਼ਕਤੀ ਨੂੰ ਧੁੰਦਾ ਨਹੀਂ ਮੰਨਦਾ। ਧੁੰਦਾ ਕਹਿੰਦਾ ਇੱਦਾਂ ਦੀ ਕੋਈ ਪਾਵਰ, ਕੋਈ ਸ਼ਕਤੀ ਨਹੀਂ ਆ, ਹੈ ਨਾ। ਅਤੇ ਜੇ ਤੁਸੀਂ ਮੰਨਦੇ ਨਹੀਂ ਆ, ਅਤੇ ਫਿਰ ਉਹ ਆਟੋਮੈਟਿਕਲੀ ਗੱਲ ਆ ਕਿ ਜਿਹੜੀ ਸ਼ਕਤੀ ਵਰਤਦੀ ਆ ਪੂਰੇ ਸੰਸਾਰ ਦੇ ਵਿੱਚ, ਉਸ ਚੀਜ਼ ਤੋਂ ਮਨੁੱਕਰ ਆ। ਧਰਮ ਜਿਹੜਾ ਆ ਉਸ ਅਦ੍ਰਿਸ਼ਟ ਸ਼ਕਤੀ ਨੂੰ ਮੰਨਦਾ ਆ, ਠੀਕ ਆ। ਅਤੇ ਉਸ ਅਦ੍ਰਿਸ਼ਟ ਸ਼ਕਤੀ ਨੂੰ ਮੰਨਣ ਕਰਕੇ ਹੀ ਬੰਦਾ ਧਰਮੀ ਕਹਾਉਂਦਾ ਆ, ਨਹੀਂ ਤਾਂ ਨਹੀਂ ਕਹਾਉਂਦਾ। ਫਿਰ ਇਹ ਪ੍ਰਚਾਰ ਕਿਸ ਗੱਲ ਦਾ ਕਰਦਾ? ਫਿਰ ਅੱਗੇ ਗੱਲ ਆ ਗਈ। ਹੁਣ ਜਦੋਂ ਕੋਈ ਵੀ ਇਨਸਾਨ ਪਰਿਵਾਰ ਦੇ ਵਿੱਚ ਚੜ੍ਹਾਈ ਕਰ ਜਾਂਦਾ ਆ, ਤੁਸੀਂ ਉਹਦਾ ਅਖੰਡ ਪਾਠ ਸਾਹਿਬ ਕਰਾਉਂਦੇ ਕਿ ਨਹੀਂ ਕਰਾਉਂਦੇ? ਅਖੰਡ ਪਾਠ ਸਾਹਿਬ ਕਰਾਉਂਦੇ ਹੋ। ਅਖੰਡ ਪਾਠ ਸਾਹਿਬ ਜਦੋਂ ਕਰਾ ਕੇ ਬਾਅਦ ਵਿੱਚ ਅਰਦਾਸ ਕੀਤੀ ਜਾਂਦੀ ਹੈ, ਉਹ ਅਰਦਾਸ ਕਿਹਨੂੰ ਸੁਣਾਉਂਦੇ? ਫਿਰ ਅਰਦਾਸ ਦੇ ਵਿੱਚ ਇਹ ਲਫ਼ਜ਼ ਲਾਜ਼ਮੀ ਜਿਹੜੇ ਆ ਤੁਹਾਡੇ ਗ੍ਰੰਥੀ ਸਿੰਘ ਵਰਤਦੇ ਆ, ਅਤੇ ਇਹ ਵਰਤਦੇ ਆ ਕਿ ਜਿਹੜੇ ਜੋ ਵੀ ਸ਼ਖਸ ਜਿਹੜਾ ਚੜ੍ਹਾਈ ਕਰ ਗਿਆ ਆ, ਉਹਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਉਹ ਆਤਮਾ ਨੂੰ ਧੁੰਦਾ ਮੰਨਦਾ ਆ। ਉਹਨੂੰ ਪੁੱਛੋ ਵੀ ਆਤਮਾ ਹੈਗੀ ਕੋਈ, ਅਤੇ ਉਹ ਨਿਵਾਸ ਕਿਹਦੇ ਚਰਨਾਂ 'ਚ ਬਖਸ਼ਣਾ ਆ, ਵੀ ਭਾਵ ਕਿ ਉਹ ਆਤਮਾ ਕਿੱਥੇ ਜਾਣੀ ਹੈ, ਕਿਉਂ ਜਾਣੀ ਹੈ, ਅਤੇ ਉਹਦਾ ਜਿਹੜਾ ਹੈਗਾ ਆ ਉਹ ਜੋ ਵਰਤਾਰਾ ਵਰਤਦਾ ਆ ਕਿ ਇਹ ਅਰਦਾਸ ਜਿਹੜੀ ਕੀਤੀ ਹੋਈ ਉਹਦਾ ਆਤਮਾ ਨੂੰ ਕੋਈ ਫਾਇਦਾ ਹੁੰਦਾ ਆ। ਫਿਰ ਇਹ ਤਾਂ ਗੱਲਾਂ ਜਿਹੜੀਆਂ ਆਮ ਜਿਹੜੀਆਂ ਸੰਸਾਰ ਦੇ ਵਿੱਚ ਜਿਹੜੀਆਂ ਹੁੰਦੀਆਂ, ਜਿਹੜੀਆਂ ਆਪਾਂ ਸਾਰੇ ਸਿੱਖ ਜਿਹੜੇ ਕਰਦੇ ਹਾਂ। ਫਿਰ ਜੇ ਉਹ ਇਹਨਾਂ ਗੱਲਾਂ ਤੋਂ ਬਿਲਕੁਲ ਮਨੁੱਕਰ ਹੈ, ਬਸ ਉਹ ਸਟੇਜ 'ਤੇ ਬੋਲ ਕੇ ਨਹੀਂ ਕਹਿੰਦਾ। ਉਹਨੂੰ ਪਤਾ ਆ ਕਿ ਜੇ ਮੈਂ ਇੱਦਾਂ ਕਹੂੰਗਾ ਮੇਰਾ ਕਿਸੇ ਨੇ ਕੋਈ ਪ੍ਰਚਾਰ ਨਹੀਂ ਸੁਣਨਾ। ਤੁਹਾਡੇ ਵਿੱਚੋਂ, ਤੁਹਾਡੇ ਗੁਰੂ ਘਰ ਦੇ ਵਿੱਚੋਂ ਹੀ ਉਹਨੂੰ ਕਹਿ, ਜੇ ਪਿਓ ਦਾ ਪੁੱਤ ਆ ਨਾ, ਇਹ ਬੋਲ ਕੇ ਕਹਿ ਕਿ ਰੱਬ ਕੋਈ ਸ਼ਕਤੀ ਨਹੀਂ ਆ। ਉਹਨੂੰ ਕਹਿ ਕਿ ਅਰਦਾਸ ਜਦੋਂ ਕੀਤੀ ਜਾਂਦੀ ਆ, ਉਹਦੇ ਜਿਹੜੇ ਬੋਲ ਬੋਲੇ ਜਾਂਦੇ ਉਹ ਕੋਈ ਨਹੀਂ ਸੁਣਦਾ। ਜੀ ਇੱਦਾਂ ਕਹਿ ਨਹੀਂ ਸਕਦਾ ਉਹ। ਜੇ ਉਹ ਕਹਿੰਦਾ ਆ ਅਤੇ ਫਿਰ ਤੁਸੀਂ ਬੁਲਾਉਣਾ ਨਹੀਂ ਹੈਗਾ। ਜੇ ਹੁਣ ਉਹਦਾ ਗੋਲ-ਮੋਲ ਗੱਲ ਕਰੀ ਜਾਂਦਾ ਆ। ਗੋਲ-ਮੋਲ ਗੱਲ ਕਿਉਂ ਕਰਦਾ ਹੈ? ਕਿਉਂਕਿ ਉਹਨੂੰ ਪਤਾ ਆ ਕਿ ਜਿਹੜੇ ਸੁਣਨ ਵਾਲੇ ਆ, ਇਹਨਾਂ ਨੂੰ
ਕੁਝ ਵੀ ਧਰਮ ਬਾਰੇ ਨਹੀਂ ਪਤਾ, ਕੋਈ ਵੀ ਸਿੱਖੀ ਬਾਰੇ ਨਹੀਂ ਪਤਾ। ਬਸ ਜਿੱਦਾਂ ਹਾਂ ਜੀ ਪਖੰਡ ਦੇ ਨਾਂ 'ਤੇ ਅਸੀਂ ਪਖੰਡ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਆ। ਕਦੀ ਵੀ ਇਸ ਪਿਓ ਦੇ ਪੁੱਤ ਨੇ ਇਹਨੂੰ ਪੁੱਛੋ ਵੀ ਇਹਨੂੰ ਪੁੱਛੋ ਕਿ ਕਦੀ ਵੀ ਤੂੰ ਕਿਸੇ ਦੀ ਦੁਕਾਨ ਪਖੰਡੀਆਂ ਦੀ ਦੁਕਾਨ ਬੰਦ ਕਰਾਈ ਹੈ? ਤੇ ਅਸੀਂ ਦੱਸਾਂਗੇ ਅਸੀਂ ਕਿੰਨੀਆਂ ਕਰਾਈਆਂ ਆ। ਵੀ ਜਿਹੜੇ ਕਹਿੰਦੇ ਆ ਸਾਡੇ 'ਚ ਸ਼ਹੀਦੀ ਸਿੰਘ ਆ ਜਾਂਦੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਆਹ ਕਾਰਜ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਉਹ ਆਪ ਕਹਿੰਦੇ ਕਾਰਜ। ਬਾਣੀ ਜਿਹੜੀ ਹੈ ਦੁੱਤੀ ਸ਼ਕਤੀ ਹੈ, ਇਹ ਸਰਬ ਕਲਾ ਸਮਰੱਥ ਹੈ ਅਤੇ ਸਭ ਕੁਛ ਕਰਨ ਵਾਲੀ ਆ। ਬਾਣੀ ਸਭ ਕੁਛ ਕਰ ਸਕਦੀ। ਵੱਡੇ ਤੋਂ ਵੱਡਾ ਰੋਗ ਬਾਣੀ ਨਾਲ ਹਟ ਸਕਦਾ। ਬਾਣੀ ਜੰਮਣ ਮਰਨ ਮੇਟ ਸਕਦੀ ਹੈ। ਦੂਜੀ ਗੱਲ, ਫਿਰ ਇਹਨੂੰ ਪੁੱਛੋ ਕਿ ਬੰਦਾ ਜਿਹੜਾ ਆ ਉਹਦਾ ਧਰਤੀ 'ਤੇ ਆਉਂਦਾ ਇਹਦਾ ਮਨੋਰਥ ਕੀ ਹੈ, ਸੰਸਾਰ 'ਤੇ ਆਉਣ ਦਾ ਕੀ ਮਤਲਬ ਹੈ ਇਹਦਾ। ਵੀ ਇਹ ਕੀ ਬਾਣੀ ਕਹਿੰਦੀ, ਜਿੱਦਾਂ ਅਸੀਂ ਰੋਜ਼ ਬਾਣੀ 'ਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀ ਆ, ਵੀ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਵੀ ਰੱਬ ਨੂੰ ਮਿਲਣ ਵਾਸਤੇ ਸਾਨੂੰ ਇਹ ਦੇਹ ਸਰੀਰ ਸੰਸਾਰ ਦੇ ਵਿੱਚ ਮਿਲਿਆ ਜਿਹੜਾ ਹੈਗਾ, ਇਹ ਜਿਹੜਾ ਸਰੀਰ ਹੈ ਇਹ ਰੱਬ ਨੂੰ ਮਿਲਣ ਵਾਸਤੇ ਮਿਲਿਆ। ਅਤੇ ਮਿਲਣਾ ਕਿੱਦਾਂ, ਅਸੀਂ ਅਭੇਦ ਕਿੱਦਾਂ ਹੋਣਾ। ਫਿਰ ਇਹਨੂੰ ਪੁੱਛੋ, ਧੁੰਦੇ ਨੂੰ ਤੁਸੀਂ ਇੱਥੇ ਬੁਲਾ ਰਹੇ ਹੋ, ਇਹਨੂੰ ਪੁੱਛੋ ਵੀ ਜਿਹੜੀ ਬਾਣੀ ਦੇ ਵਿੱਚ ਤੇ ਬੜੇ 1165 ਤੋਂ ਲੈ ਕੇ 1166 ਦੇ ਤੱਕ ਇੱਕ ਸ਼ਬਦ ਆਉਂਦਾ ਭਗਤ ਨਾਮਦੇਵ ਜੀ ਦਾ, ਉਹਦੇ ਵਿੱਚ ਇੱਦਾਂ ਲਿਖਿਆ ਆ, ਕਹੋ ਤਾਂ ਧਰਤਾ ਗੋਡੀ ਕਰੋ, ਕਹੋ ਤਾਂ ਉੱਪਰ ਲੈ ਧਰੋ, ਕਹੋ ਤਾਂ ਮੋਈ ਗਾਏ ਦਿਓ ਜਵਾਏ। ਜੇ ਤੂੰ ਕਹਿਣਾ ਆ ਤੇ ਮਰੀ ਹੋਈ ਗਾਂ ਜੀਂਦੀ ਕਰ ਦੇਵਾਂ। ਹੁਣ ਦੱਸੋ ਵੀ ਤੂੰ ਮੰਨਦਾ ਇਹ ਗੱਲ ਨੂੰ? ਇਹ ਬਾਣੀ ਦੇ ਵਿੱਚ ਸਿੱਧੇ ਸਪਸ਼ਟ ਜਿਹੜੇ ਸ਼ਬਦ ਲਫ਼ਜ਼ ਜਿਹੜੇ ਗੁਰੂ ਸਾਹਿਬ ਨੇ ਜਿਹੜੇ ਆ ਉਹ ਵਰਤੇ ਆ। ਹਾਂਜੀ, ਅਤੇ ਕੀ ਇਸ ਚੀਜ਼ ਨੂੰ ਤੂੰ ਮੰਨਦਾ ਆ? ਹਾਂਜੀ, ਫਿਰ ਇਹਨੂੰ ਪੁੱਛਣ ਵਾਲਾ ਹੋਵੇ ਕੋਈ ਵੀ ਉਹ ਜਿਹੜੀ ਗਾਂ ਜਦੋਂ ਜੀਂਦੀ ਹੋ ਗਈ ਸੀਗੀ, ਕੀ ਉਹ ਇੱਕ ਮਿਥਿਹਾਸ ਆ? ਇਹਦਾ ਮਤਲਬ ਝੂਠ ਲਿਖਿਆ ਮਹਾਰਾਜ ਨੇ ਸਿਰਫ? ਉਹ ਜਿਹੜੀ ਗਾਂ ਦਾ ਜਿਉਂਦਾ ਹੋਣਾ ਇੱਕ ਰੱਬੀ ਸ਼ਕਤੀ ਦਾ ਵਰਤਣਾ ਆ, ਰੱਬੀ ਵਰਤਾਰਾ ਆ। ਅਤੇ ਉਹ ਧੁੰਦੇ ਨੂੰ ਪੁੱਛੋ ਕਿ ਉਹ ਸਹੀ ਹੈਗਾ ਜਾਂ ਝੂਠ ਆ। ਬਾਣੀ ਵਿੱਚ ਕਦੇ ਝੂਠ ਲਿਖਿਆ ਜਾ ਸਕਦਾ ਆ, ਮਿਥਿਹਾਸ ਲਿਖਿਆ ਜਾ ਸਕਦਾ ਆ? ਉਹ ਨਿਰੋਲ ਬ੍ਰਹਮ ਦਾ ਵਿਚਾਰ ਹੈ, ਸੱਚ ਆ, ਅਤੇ ਸੱਚ ਇੱਕ ਇੱਕ ਅੱਖਰ ਸੱਚ ਆ। ਹਾਂਜੀ, ਫਿਰ ਭਗਤ ਨਾਮਦੇਵ ਜੀ ਦਾ ਦੇਹੁਰਾ, ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾੜ ਲਾ, ਹੈ ਨਾ, ਲੈ ਕਮਲੀ ਚੱਲਿਓ ਪਲਟਾਏ ਦੇਹੁਰੇ ਪਾਛੇ ਬੈਠਾ ਜਾਏ। ਹੁਣ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਹੁਣ ਭਗਤ ਜਨਾ ਕੋ ਕੀ ਹੁੰਦਾ? ਦੇਹੁਰਾ ਫਿਰਦਾ, ਘੁੰਮਦਾ। ਅਤੇ ਅੱਜ ਵੀ ਉਹ ਜਿਹੜਾ ਮੰਦਰ ਆ ਤੁਸੀਂ ਜਾ ਕੇ ਦੇਖ ਸਕਦੇ ਹੋ, ਜਿੰਨੇ ਵੀ ਇਹ ਖੜ੍ਹੇ ਆ ਸ਼ਖਸ, ਇਹਨਾਂ ਨੂੰ ਇਹ ਮੱਤ ਹੋਣੀ ਚਾਹੀਦੀ ਹੈ ਵੀ ਉਹ ਬਾਣੀ ਦੇ ਵਿੱਚ ਜੋ ਲਿਖਿਆ ਆ, ਕੀ ਤੁਸੀਂ ਕਹਿੰਦੇ ਨਾ ਬਾਣੀ, ਅਸੀਂ ਇੱਕ ਬਾਣੀ ਨੂੰ ਬਾਣੀ ਤੋਂ ਬਗੈਰ ਹੋਰ ਨਹੀਂ ਮੰਨਦੇ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕਿਸੇ ਦੀ ਗੱਲ ਨਹੀਂ ਕਰਦੇ। ਇਹ ਸਿਰਫ ਤੁਹਾਡਾ ਝੂਠ ਆ। ਤੁਸੀਂ ਇਹ ਡਰਾਮਾ ਕਰਦੇ ਹੋ ਸਿਰਫ ਅਤੇ ਸਿਰਫ ਕਿਉਂਕਿ ਦਸਮ ਬਾਣੀ ਨੂੰ ਤੁਸੀਂ ਨਕਾਰਨਾ ਆ ਕਿਸੇ ਤਰੀਕੇ ਦੇ ਨਾਲ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਆ। ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਹੈਗੇ ਆ ਉਹ ਸਾਡੇ ਇਸ਼ਟ ਗੁਰੂ ਆ। ਸਾਡੀ ਸਾਹ, ਸਾਡੀ ਜਾਨ, ਸਾਡੀ ਜਿੰਦ, ਸਾਡੇ ਗੁਰੂ ਗ੍ਰੰਥ ਸਾਹਿਬ ਪੂਰਨ ਜਿਹੜੇ ਗੁਰੂ ਆ। ਅਤੇ ਸੋ ਜਿਹੜਾ ਉਹ ਭਗਤ ਨਾਮਦੇਵ ਜੀ ਦਾ ਜਿਹੜਾ ਸ਼ਬਦ ਆਉਂਦਾ ਆ, ਉਹਦੇ ਬਾਰੇ ਕੀ ਖਿਆਲ ਹੈ? ਧੁੰਦੇ ਨੂੰ ਪੁੱਛੋ। ਹਾਂਜੀ, ਫਿਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮੇਰੇ ਸਾਲਾ ਪਰ ਬੈਠੇ ਕਬੀਰ। ਹੁਣ ਉਹਦੇ ਵਿੱਚ ਪੁੱਛੋ ਧੁੰਦੇ ਨੂੰ ਕਿ ਕੀ ਸੰਗਲ ਟੁੱਟ ਜਾਂਦੇ ਆ? ਇਹਨਾਂ ਗੱਲਾਂ ਅਨੇਕਾਂ ਹੀ ਮੈਂ ਤੁਹਾਨੂੰ ਬਾਣੀ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਦਲੀਲਾਂ ਦੇ ਸਕਦਾ ਹਾਂ। ਅਤੇ ਧੁੰਦਾ ਇਹਨਾਂ ਗੱਲਾਂ ਨੂੰ ਗਲਤ ਬਿਆਨਦਾ ਆ, ਗਲਤ ਉਹਦੇ ਅਰਥ ਕਰਦਾ ਹੈ, ਗਲਤ ਉਹਨੂੰ ਹੋਰ ਹਿਸਾਬ ਦੇ ਨਾਲ ਉਹਨੂੰ ਲੋਕਾਂ ਨੂੰ ਜਿਹੜਾ ਹੈਗਾ ਦੱਸਦਾ ਆ। ਸਭ ਤੋਂ ਵੱਡੀ ਗੱਲ ਅਰਦਾਸ ਦੀ ਆ ਜਾਂਦੀ ਹੈ। ਅਰਦਾਸ ਜਿਹੜੀ ਹੈ ਇੱਕ ਅਦੁੱਤੀ ਸ਼ਕਤੀ ਦੇ ਅੱਗੇ ਕੀਤੀ ਜਾਂਦੀ ਹੈ। ਇਹ ਜਿੱਥੇ ਵੀ ਜਾਂਦਾ ਇਹਨੂੰ ਕਹਿ ਅਰਦਾਸ ਨਾ ਹੋਣ ਦਿਆ ਕਰੇ। ਹੁਣ ਜਿਹੜੇ ਵੀ ਪਰਿਵਾਰ 'ਚ ਜਾਂਦਾ ਜਾਂ ਕਿਸੇ ਵੀ ਘਰ 'ਚ ਜਾਂਦਾ, ਅਤੇ ਉੱਥੇ ਕੀ ਜੇ ਪ੍ਰੋਗਰਾਮ ਹੈ, ਸਮਾਗਮ ਹੈ, ਗੁਰੂ ਸਾਹਿਬ ਦਾ ਪ੍ਰਕਾਸ਼ ਆ, ਉੱਥੇ ਜਿਹੜਾ ਕਥਾ ਕੀਰਤਨ ਜਿੱਥੇ ਹੁੰਦਾ ਆ, ਉੱਥੇ ਅਰਦਾਸ ਕੀਤੀ ਜਾਂਦੀ ਹੈ ਕਿ ਨਹੀਂ ਕੀਤੀ ਜਾਂਦੀ? ਹੈ ਨਾ। ਹੁਣ ਤੁਸੀਂ ਕਹਿਣਾ ਨਹੀਂ, ਆਹੋ ਅਰਦਾਸ ਤਾਂ ਕੀਤੀ ਜਾਂਦੀ ਹੈ, ਅਰਦਾਸ ਤਾਂ ਹੁੰਦੀ। ਗੱਲ ਤਾਂ ਇਹ ਆ ਕਿ ਇਹ ਉਸ ਸ਼ਕਤੀ ਨੂੰ, ਉਸ ਪਾਵਰ ਨੂੰ, ਉਸ ਐਨਰਜੀ ਨੂੰ, ਜਿਹੜੀ ਰੱਬੀ ਸ਼ਕਤੀ ਆ, ਉਹ ਤੋਂ ਮਨੁੱਕਰ ਆ। ਜੇ ਉਹ ਤੋਂ ਮਨੁੱਕਰ ਆ, ਇਹ ਧਰਮ ਤੋਂ ਮਨੁੱਕਰ ਆ। ਧਰਮ ਤੋਂ ਮਨੁੱਕਰ ਆ ਅਤੇ ਇਹ ਸਿੱਖੀ ਤੋਂ ਮਨੁੱਕਰ ਆ। ਸਿੱਖੀ ਕੀ ਆ? ਸਿੱਖ ਧਰਮ ਕੀ ਆ? ਇੱਕ ਉਸ ਪਰਮਾਤਮਾ ਨੂੰ ਮੰਨਣ ਵਾਲਾ, ਇੱਕ ਉਸ ਰੱਬ ਦੇ ਵਿੱਚ ਸੌਖਾ ਰਸਤਾ, ਅਭੇਦ ਹੋਣ ਵਾਲਾ ਰਾਹ
ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਮੰਜ਼ਿਲ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਆ, ਬਾਣੀ ਰੱਬ ਆ। ਸੋ ਗੱਲ ਇਹ ਹੈ ਕਿ ਸਾਡਾ ਕੋਈ ਧੁੰਦੇ ਦੇ ਨਾਲ ਕੋਈ ਬੰਨਾ ਨਹੀਂ ਸਾਂਝਾ। ਇਹ ਜਿੰਨੇ ਵੀ ਸ਼ਖਸ ਖੜੇ ਆ ਫੋਟੋ ਦੇ ਵਿੱਚ, ਇੱਕ ਇੱਦਾਂ ਮਤਲਬ ਵੀ ਉਹਨਾਂ ਨੂੰ ਵਧਾਈ ਦੇ ਪਾਤਰ ਕਹਿ ਰਹੇ ਬਾਬਾ ਮੱਖਣ ਸ਼ਾਹ ਲਵਾਣਾ ਦੀ ਕਮੇਟੀ ਨੂੰ। ਹਾਂਜੀ, ਉਸ ਬੰਦੇ ਨੇ ਸਟੇਜ ਤੋਂ ਬਹਿ ਕੇ ਪੱਗਾਂ ਦਾ ਨਾਂ ਲਿਆ ਵੀ ਇਹ ਪੱਗਾਂ ਲਾਉਣ ਆਉਂਦੇ ਆ। ਅਤੇ ਮੈਂ ਕਿੰਨੀ ਚਿਰ ਸੋਚਦਾ ਰਿਹਾ, ਮੈਂ ਕਿਹਾ ਯਾਰ ਇਹ ਬੰਦੇ ਪੱਗਾਂ ਨੂੰ ਇਹ ਕਿੱਦਾਂ ਪਏ ਆ, ਦਸਤਾਰਾਂ ਨੂੰ ਕਿੱਦਾਂ ਪਏ ਵੀ ਦਸਤਾਰਾਂ ਲਾਉਣੀਆਂ, ਵੀ ਇਹਨਾਂ ਦੀਆਂ ਦਸਤਾਰਾਂ ਲਾਉਣੀਆਂ। ਦੇਖੋ ਅਸੀਂ ਗੁਰੂ ਨੂੰ ਮੰਨਣ ਵਾਲੇ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਪ੍ਰਤੱਖ ਸਮਝਣ ਵਾਲੇ, ਅਸੀਂ ਕਦੀ ਸੋਚ ਵੀ ਨਹੀਂ ਸਕਦੇ ਵੀ ਸਾਡਾ ਵੱਡੇ ਤੋਂ ਵੱਡਾ ਕੋਈ ਦੁਸ਼ਮਣ ਹੋਵੇ। ਅਸੀਂ ਕਦੀ ਇਹ ਸੋਚ ਵੀ ਨਹੀਂ ਸਕਦੇ ਕਿ ਸਾਡਾ ਕੋਈ ਮਨੋਰਥ ਹੋਵੇ ਪੱਗ ਲਾਉਣ ਦਾ ਜਾਂ ਦਸਤਾਰ ਲਾਉਣ ਦਾ। ਫੁਰਨਾ ਵੀ ਨਹੀਂ ਹੈ ਸਾਡੇ ਮਨ 'ਚ ਫੁਰ ਸਕਦਾ। ਇਹ ਬੰਦਾ ਚਲਾਕ ਹੈ, ਸ਼ਾਤਰ ਦਿਮਾਗ ਆ। ਇਹ ਉੱਥੇ ਕਹਿ ਕੇ ਆਇਆ ਕਿ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਬਣਾਉਣ ਵਾਲੇ ਆ, ਸੰਤ ਸਿਪਾਹੀ ਬਣਾਉਣ ਵਾਲੇ ਆ। ਅਤੇ ਅਸੀਂ ਇਹੋ ਤਾਂ ਅਸੀਂ ਕਹਿੰਦੇ ਸੀ ਪਹਿਲਾਂ, ਇਹ ਗੱਲਾਂ ਕਈ ਵਾਰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤ ਸਿਪਾਹੀ ਬਣਾਉਂਦੇ, ਪਰ ਸੰਤ ਸ਼ਬਦ ਤੋਂ ਤੈਨੂੰ ਐਲਰਜੀ ਕਿਉਂ? ਫਿਰ ਸੰਤ ਦਾ ਮਤਲਬ, ਸੰਤ ਦਾ ਕੀ ਮਤਲਬ? ਤੂੰ ਤਾਂ ਕਹਿੰਦਾ ਸੀ ਸੰਤ ਦਾ ਮਤਲਬ ਤਾਂ ਰੱਬ ਆ, ਤੂੰ ਤਾਂ ਕਹਿੰਦਾ ਵੀ ਸੰਤ ਸ਼ਬਦ ਹੀ ਬਾਅਦ ਵਿੱਚ ਆਇਆ। ਇਹ ਤਾਂ ਸੰਤ ਇਹਨਾਂ ਨੇ ਹੁਣ ਇਹ ਤਾਂ ਇਹਨੂੰ ਪਤਾ ਆ ਕਿ ਵੀ ਬੇਵਕੂਫ ਬਣਾਓ, ਰੱਜ ਕੇ ਬਣਾਓ, ਜਿੰਨਾ ਵੀ ਬਣਾਇਆ ਜਾਂਦਾ ਕੌਮ ਨੂੰ, ਸੰਗਤ ਨੂੰ, ਜਿੰਨਾ ਵੀ ਵੱਧ ਤੋਂ ਵੱਧ ਬੇਵਕੂਫ ਬਣਾਇਆ ਜਾਂਦਾ ਬਣਾਓ। ਇਹਨੂੰ ਪਤਾ ਹੈ ਕਿ ਬਾਬਾ ਮੱਖਣ ਸ਼ਾਹ ਲਵਾਣੇ ਉੱਥੇ ਗੁਰੂ ਘਰ ਦੇ ਵਿੱਚ ਜਿੰਨੀ ਵੀ ਸੰਗਤ ਆਉਂਦੀ ਆ, ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਮੰਨਦੇ ਆ। ਹਾਂਜੀ, ਉਹ ਬਰਸੀ ਵੀ ਮਨਾਉਂਦੇ ਆ। ਹੁਣ ਉਹ ਬਰਸੀ ਮਨਾਉਂਦੇ ਆ ਅਤੇ ਉਦੋਂ ਜਦੋਂ ਬਰਸੀ ਦੇ ਵਿੱਚ ਜਿਹੜਾ ਲੱਖਾਂ ਦਾ ਇਕੱਠ ਹੁੰਦਾ ਆ, ਹੁਣ ਉਹਨੂੰ ਪਤਾ ਆ। ਅਤੇ ਹੁਣ ਉੱਥੇ ਦੇਖ ਕਿੰਨੀ ਚਲਾਕੀ ਦੇ ਨਾਲ ਵੀ ਹਾਂ ਸੰਤ ਜਿਹੜਾ ਹੈਗਾ ਆ, ਸੰਤ ਵੀ ਬਣਾਉਂਦੇ ਆ ਅਤੇ ਸਿਪਾਹੀ ਵੀ ਬਣਾਉਂਦੇ ਆ। ਹੁਣ ਸਿਪਾਹੀ ਕਿੱਦਾਂ ਬਣਦਾ ਆ? ਅੰਮ੍ਰਿਤ ਛਕ ਕੇ। ਹੁਣ ਅੰਮ੍ਰਿਤ ਜਿਹੜਾ ਹੈਗਾ ਆ ਉਹ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ ਤਿਆਰ ਕੀਤਾ ਜਾਂਦਾ ਆ। ਅਤੇ ਜਦੋਂ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ ਤਿਆਰ ਕੀਤਾ ਜਾਂਦਾ ਆ, ਫਿਰ ਅੰਮ੍ਰਿਤ ਜਿਹੜਾ ਹੈਗਾ ਉਹ ਗੁਰੂ ਕੀ ਹਜ਼ੂਰੀ ਦੇ ਵਿੱਚ ਛਕਾਇਆ ਜਾਂਦਾ। ਅਤੇ ਅੰਮ੍ਰਿਤ 3 ਬਾਣੀਆਂ ਕਿੱਥੋਂ ਆਈਆਂ? ਦਸਮ ਬਾਣੀ ਦੇ ਵਿੱਚੋਂ। ਅਰਦਾਸ ਕਿੱਥੋਂ ਆਈ? ਦਸਮ ਬਾਣੀ ਦੇ ਵਿੱਚੋਂ ਹੈ। ਫਿਰ ਜਿਹੜਾ ਆਪਾਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਕਿੱਥੋਂ ਆਈ? ਦਸਮ ਬਾਣੀ ਦੇ ਵਿੱਚੋਂ। ਕੀ ਅਸੀਂ ਦਸਮ ਬਾਣੀ ਪੜ੍ਹਨਾ, ਗੁਰੂ ਕੀ ਬਾਣੀ ਜਾਂ ਰਹਿਤਨਾਮੇ ਪੜ੍ਹਨੇ, ਕੀ ਅਸੀਂ ਸਾਡਾ ਇਹ ਮਤਲਬ ਹੁੰਦਾ ਕਿ ਨਹੀਂ ਗੁਰੂ ਗ੍ਰੰਥ ਸਾਹਿਬ ਅਧੂਰੇ ਨੇ? ਇਹ ਕਿੱਡਾ ਚਲਾਕੀ ਦੇ ਨਾਲ ਇਹਨੇ ਵੀਡੀਓ ਪਾਈ, ਉੱਤੇ ਲਿਖਿਆ, ਉੱਤੇ ਟਾਈਟਲ ਲਿਖਿਆ ਇਹਨੇ ਅਕੇ ਜੀ ਇਹ ਗੁਰੂ ਸਾਹਿਬ ਨੂੰ ਅਧੂਰਾ ਮੰਨਣ ਵਾਲੇ ਲੋਕ। ਦੇਖੋ ਇਹ ਇਹਦੀ ਚਲਾਕੀ ਨਹੀਂ ਹੈ, ਇਹਦੀ ਚਤੁਰਾਈ ਨਹੀਂ ਹੈ। ਇੱਦਾਂ ਹੋ ਸਕਦਾ ਕਿ ਅਸੀਂ ਜੇ ਇਹ ਕਹਿ ਰਹੇ ਹਾਂ ਵੀ ਇਹ ਦਸਮ ਬਾਣੀ ਨੂੰ ਨਹੀਂ ਮੰਨਦਾ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਕਹਿ ਰਹੇ ਹਾਂ? ਇੱਦਾਂ ਹੋ ਸਕਦਾ? ਅਸੀਂ ਇੱਦਾਂ ਸੋਚ ਸਕਦੇ ਹਾਂ? ਗੱਲਾਂ ਦਾ ਜਵਾਬ ਦੇਵੇ ਨਾ। ਇਹ ਗੱਲਾਂ ਦਾ ਇੱਦਾਂ ਹੋ ਸਕਦਾ ਹੈ? ਇੱਦਾਂ ਗੁਰੂ ਸਾਹਿਬ ਨੂੰ ਅਸੀਂ, ਧੰਨ ਗੁਰੂ ਗ੍ਰੰਥ ਸਾਹਿਬ ਸਾਡੀ ਜਾਨ ਸਾਹ, ਸਾਡੇ ਪ੍ਰਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਇਸ਼ਟ ਗੁਰੂ ਆ। ਹਾਂਜੀ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜੇ ਇਹ ਦਸਮ ਬਾਣੀ ਨੂੰ ਨਕਾਰਦਾ ਆ ਸਰਬਜੀਤ ਸਿੰਘ ਧੁੰਦਾ, ਫਿਰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਵੀ ਨਕਾਰਦੇ ਹਾਂ। ਕਿਉਂਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂਮੇ ਸਾਕਾ, ਉਹ ਚੀਜ਼ ਸਾਰੀ ਨਕਾਰਦੇ ਹਾਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਮਾਣ ਕਿੱਥੋਂ ਲਵਾਂਗੇ ਅਸੀਂ? ਹੈ ਨਾ, ਫਤਿਹ ਬੁਲਾਉਣੀ ਆ ਉਹ ਦਸਮ ਬਾਣੀ ਦੇ ਵਿੱਚੋਂ, ਅਰਦਾਸ ਕਰਨੀ ਉਹ ਦਸਮ ਬਾਣੀ ਦੇ ਵਿੱਚੋਂ। ਅਸੀਂ ਉਹ ਚੀਜ਼ਾਂ ਨੂੰ ਕਹਿੰਦੇ ਹਾਂ ਵੀ ਜੇ ਦਸਮ ਬਾਣੀ ਨੂੰ ਜੇ ਇਹ ਕਹਿ ਰਿਹਾ ਲੋਕਾਂ 'ਚ ਪ੍ਰਚਾਰ ਦਾ, ਸਿੱਖੀ 'ਚ ਪ੍ਰਚਾਰ ਦਾ, ਬਾਰ-ਬਾਰ ਕਹਿੰਦਾ ਅਸੀਂ ਇੱਕ ਗੁਰੂ ਇੱਕ ਗੁਰੂ ਇੱਕਾ ਸ਼ਬਦ ਵਿਚਾਰ, ਇੱਦਾਂ ਕਰਕੇ ਇੱਕ ਬੋਲਦਾ ਹੁੰਦਾ ਹੈ ਨਾ। ਸੋ ਜੇ ਸ਼ਬਦ ਦੀ ਗੱਲ ਆ ਵੀ ਸ਼ਬਦ ਫਿਰ ਮੰਨ, ਫਿਰ ਪੂਰਾ ਗੁਰੂ ਸਾਹਿਬ ਦੀਆਂ ਸ਼ਕਤੀਆਂ ਨੂੰ ਮੰਨ। ਜੇ ਤੂੰ ਅਧੂਰਾ ਕਹਿੰਦਾ ਕਿ ਅਸੀਂ ਕਹਿੰਦੇ ਹਾਂ, ਅਸੀਂ ਤਾਂ ਸਿਰਫ ਦਸਮ ਬਾਣੀ ਨੂੰ ਮੰਨਣ ਕਰਕੇ ਕਹਿੰਦੇ ਹਾਂ ਵੀ ਦਸਮ ਬਾਣੀ ਜਿਹੜੀ ਆ ਉਹਦੇ ਵਿੱਚ ਸਾਰਾ ਇਤਿਹਾਸ ਆ। ਸਿੱਖ ਤੁਸੀਂ ਕਕਾਰਾਂ ਦੀ ਕਿਤੇ ਵੀ ਕੋਈ ਹੋਰ ਪ੍ਰਮਾਣ ਨਹੀਂ ਕਿਤੇੋਂ ਲੈ ਸਕਦੇ। ਕਕਾਰਾਂ ਬਾਰੇ ਹੈ, ਗੁਰੂ ਕੇ ਜਿਹੜੇ ਰਹਿਤਨਾਮਿਆਂ ਬਾਰੇ, ਗੁਰੂ ਕੀ ਜਿਹੜੀ ਹੋਰ ਜਿੰਨੇ ਵੀ ਖਾਲਸਾਈ ਜਿਹੜੇ ਬੋਲ ਬਾਲੇ ਆ, ਉਹ ਸਭ ਕੁਝ ਜਿਹੜਾ ਹੈ ਦਸਮ ਬਾਣੀ ਦੇ ਵਿੱਚ ਆ। ਹਾਂਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਇਸ਼ਟ ਗੁਰੂ ਆ ਅਤੇ ਉਹ ਨਿਰੋਲ ਬ੍ਰਹਮ ਦਾ ਵਿਚਾਰ ਆ। ਹਾਂਜੀ, ਸੋ ਇਹ ਜਿਹੜੀਆਂ ਉਹ ਸਾਡਾ ਇਤਿਹਾਸ ਨੂੰ ਨਕਾਰਨ ਵਾਸਤੇ ਸਰਕਾਰਾਂ ਵੱਲੋਂ ਇਹ ਬੰਦੇ ਜਿਹੜੇ ਆ ਖੜੇ ਕੀਤੇ ਜਾਂਦੇ ਆ। ਹਾਂਜੀ, ਅਤੇ ਇਹ ਬੰਦੇ ਹੁਣ ਇਹਨੂੰ ਪੁੱਛੇ ਵੀ ਜੇ ਤੂੰ ਸੱਚੀ ਮੁੱਚੀ ਇੱਕ ਪਿਓ ਦਾ ਆ ਅਤੇ ਫਿਰ ਉਹਨਾਂ ਸ਼ਬਦਾਂ ਦੇ ਵਿੱਚ ਜੋ ਪੂਰਾ ਬਿਰਤਾਂਤ ਰਚਿਆ ਗਿਆ ਆ ਭਗਤ ਨਾਮਦੇਵ ਜੀ ਦਾ,
ਪ੍ਰਭ ਜਾਂ ਪ੍ਰਭ ਥੰਮ ਤੇ ਨਿਕਸੇ ਕਹਿ ਬਿਥਾਰ ਹਰਨਾਕਸ਼ ਛੇਦਿਓ ਨੱਕ ਬਿਥਾਰ ਹੈ। ਹਰਨਾਕਸ਼ ਨੂੰ ਮਾਰਿਆ ਤੇ ਥੰਮਲੇ ਦੇ ਵਿੱਚੋਂ ਰੱਬ ਆ ਗਿਆ। ਇਹ ਮੰਨੂਗਾ ਇਸ ਗੱਲ ਨੂੰ? ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਉਂਦਾ ਨਾ। ਇਹਨੂੰ ਕਹ ਮਨ ਇਹਨੂੰ ਕਿੱਦਾਂ ਐਕਸਪਲੇਨ ਕਰੂਗਾ? ਇਹਨੂੰ ਕਹ ਕਰ ਐਕਸਪਲੇਨ ਪਿਓ ਦਾ ਪੋਤਿਆਂ ਦੇ, ਦੱਸ ਸਾਨੂੰ ਇਹ ਕਿੱਦਾਂ ਹੋਇਆ ਵੀ ਪ੍ਰਭ ਥੰਮ ਤੇ ਨਿਕਸੇ ਕਹਿ ਬਿਥਾਰ ਹਰਨਾਕਸ਼ ਛੇਦਿਓ ਨੱਕ ਬਿਦਾਰ। ਫਿਰ ਹਰਨਾਕਸ਼ ਨੂੰ ਨੌਹਾਂ ਦੇ ਨਾਲ ਪਾੜ ਦਿੱਤਾ ਤੇ ਥੰਮਲੇ ਚੋਂ ਰੱਬ ਨਿਕਲਿਆ। ਸੈਨ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰੁਝਾਈ, ਵੀ ਸੈਨ ਦਾ ਰੂਪ ਧਾਰ ਕੇ ਰਾਣੇ ਨੂੰ ਰੁਝਾ ਕਰਕੇ ਆ ਗਿਆ ਰੱਬ ਪਰਮਾਤਮਾ। ਦੱਸ ਉਹ ਕਿੱਦਾਂ ਰੁਝਾ ਕੇ ਆ ਗਿਆ? ਇਹਨਾਂ ਗੱਲ ਤੇ ਸਾਰੇ ਮੁੱਢ ਨੂੰ ਹੀ ਨਹੀਂ ਮੰਨਦਾ। ਇਹ ਤੇ ਸਿੱਖ ਹੀ ਨਹੀਂ ਹੈ। ਠੀਕ ਹੈ, ਤੇਰਾ ਨਿੱਜੀ ਜੀਵਨ ਕਿੱਦਾਂ ਦਾ, ਤੂੰ ਮੀਟ ਖਾਨਾ, ਸ਼ਰਾਬ ਪੀਨਾ, ਕੀ ਕਰਦਾ, ਅਸੀਂ ਉਹ ਗੱਲ ਹੀ ਨਹੀਂ ਕਰਦੇ। ਪਰ ਤੂੰ ਲੋਕਾਂ ਵਿੱਚ ਗਲਤ ਡੈਫੀਨੇਸ਼ਨ, ਲੋਕਾਂ ਦੇ ਵਿੱਚ ਗਲਤ ਪ੍ਰਚਾਰ ਕਰ ਰਿਹਾ ਆ। ਤੂੰ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਪਾ ਰਿਹਾ ਆ ਵੀ ਰੱਬ ਇੱਦਾਂ ਹੁੰਦਾ, ਰੱਬ ਹੁੰਦਾ ਹੀ ਨਹੀਂ। ਰੱਬ ਦਾ ਮਤਲਬ ਯਾਰ, ਤੁਸੀਂ ਧਰਮ ਨੂੰ ਮੰਨਣ ਵਾਲੇ ਤੁਸੀਂ ਆ ਜਿੰਨੇ ਜਾਣੇ ਖੜੇ ਹੋ, ਤੁਸੀਂ ਇੱਕ ਗੱਲ ਮੈਨੂੰ ਸਮਝਾਓ। ਤੁਸੀਂ ਕਾਰਜ ਆਪਣੇ ਜਿਹੜੇ ਹੈਗੇ ਆ, ਆਪਣੇ ਵਿਆਹ ਕਾਰਜ ਕਰਦੇ ਆ, ਵੀ ਮਹਾਰਾਜ ਦੀ ਪਰਿਕਰਮਾ ਕਿਉਂ ਕਰਦੇ ਆ? ਹੈਂ, ਫਿਰ ਉਹ ਜਿਹੜਾ ਕਹਿੰਦੇ ਆ ਹਾਂਜੀ ਜੀ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਕਹਿੰਦੇ ਚਰਨਾਂ 'ਚ ਨਿਵਾਸ। ਉਹ ਕਿਹੜਾ ਨਿਵਾਸ ਵਰਸਣਾ, ਕਿੱਥੇ ਜਾਣਾ, ਕਿਹਨੇ, ਕੌਣ ਉਹਨੂੰ ਕਰਦਾ ਆ? ਹਾਂਜੀ, ਸੋ ਇਹ ਗੱਲਾਂ ਜਿਹੜੀਆਂ ਬਹੁਤ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜਿਹੜੀ ਵਿਚਾਰ ਦਾ ਨਾਮ ਮਿਲਣਾ, ਇਹ ਕਹਿੰਦਾ ਹੀ ਕੱਲ੍ਹ ਜੇ ਤੁਹਾਡੇ ਬੰਦੇ ਦੇ ਵਿਚਾਰ ਨਹੀਂ ਮਿਲਦੇ, ਵਿਚਾਰਾਂ ਦਾ ਨਾਮ ਮਿਲਣਾ ਹੋਰ ਚੀਜ਼ ਹੁੰਦੀ ਹੈ। ਵਿਚਾਰਾਂ ਦਾ ਨਾਮ ਮਿਲਣਾ ਮਤਲਬ ਹੁੰਦਾ ਕਿ ਮੈਨੂੰ ਗਰਮੀ ਲੱਗਦੀ ਹੈ, ਤੁਹਾਨੂੰ ਨਹੀਂ ਲੱਗਦੀ, ਤਾਂ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਇੱਥੋਂ ਉਹਦੇ ਤੱਕ, ਅਤੇ ਮੇਰਾ ਨਹੀਂ ਦਿਲ ਕਰਦਾ, ਸਾਡੇ ਵਿਚਾਰ ਨਹੀਂ, ਕਈ ਨਹੀਂ ਜਾਣਾ ਚਾਹੁੰਦੇ। ਕਈ ਬਾਣੀ ਪੜ੍ਹਨਾ ਪਸੰਦ ਕਰਦੇ ਆ, ਕਈ ਨਹੀਂ ਪਸੰਦ ਕਰਦੇ, ਕੋਈ ਕਵੀਸ਼ਰੀ ਸੁਣਨਾ ਪਸੰਦ ਕਰਦਾ, ਕੋਈ ਨਹੀਂ। ਇਹ ਹੁੰਦੇ ਆਪਣੇ ਤੁਹਾਡੇ ਅੰਦਰਲੀ ਗੱਲ। ਜਿਹੜੀ ਗੁਰੂ ਕੀ ਬਾਣੀ ਹੁੰਦੀ ਆ, ਇਹ ਵਿਚਾਰ ਨਹੀਂ ਆ, ਇਹ ਹੁਕਮ ਆ ਗੁਰੂ ਦਾ। ਇਹ ਗੁਰੂ ਸਾਹਿਬ ਦੀ ਹੁਕਮ ਆ। ਇਹ ਬਾਣੀ ਜਿਹੜੀ ਆ ਅਦੁੱਤੀ ਸ਼ਕਤੀ ਰੱਬੀ ਬਾਣੀ ਜਿਹੜੀ ਆ, ਇਹ ਪ੍ਰਮਾਤਮਾ ਰੂਪ ਹੈ, ਉੱਦਾਂ ਹੀ ਰਹਿਣੀ ਆ। ਇਹਨੂੰ ਤੁਸੀਂ ਬਦਲ ਨਹੀਂ ਸਕਦੇ, ਇਹਦੇ ਲਫ਼ਜ਼ ਅਰਥ ਵੀ ਨਹੀਂ ਬਦਲ ਸਕਦੇ। ਤੁਹਾਡੀ ਸਮਝ ਤੁਸੀਂ ਉੱਦਾਂ ਸੋਚੀ ਜਾਂਦੇ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਜਿਹੜੇ ਲੋਕ ਕਿਤਾਬ ਵਾਂਗੋਂ ਦੇਖਦੇ ਹੋਣਗੇ, ਜਾਂ ਜਿਹੜੇ ਹੋਰ ਧਰਮਾਂ ਦੇ, ਅਤੇ ਅਸੀਂ ਉਹਨਾਂ ਦੀ ਸੋਚ ਨਹੀਂ ਬਦਲ ਸਕਦੇ ਅਤੇ ਨਾ ਕਹਿ ਸਕਦੇ। ਅਤੇ ਉਹਨਾਂ ਦੇ ਕਹਿਣ ਦੇ ਨਾਲ ਇਹ ਇੱਦਾਂ ਉੱਦਾਂ ਹੋ ਵੀ ਨਹੀਂ ਜਾਣਾ, ਹੈ ਨਾ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਵਿਚਾਰਾਂ ਨੂੰ ਇਹ ਗੱਲ ਕਹਿ ਦੇਣੀ ਵੀ ਸਾਡੇ ਵਿਚਾਰ ਨਹੀਂ ਮਿਲਦੇ। ਇਹ ਲੋਕਾਂ ਨੂੰ ਧੋਖੇ ਵਿੱਚ ਰੱਖਣਾ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ ਵੀ ਤੁਸੀਂ ਸਾਡੇ ਵਿਚਾਰ ਨਹੀਂ ਮਿਲਦੇ, ਤੁਸੀਂ ਨਾ ਸੁਣੋ। ਗੱਲ ਇਹ ਥੋੜ੍ਹੀ ਆ। ਗੱਲ ਤਾਂ ਇਹ ਆ ਕਿ ਤੂੰ ਸਿੱਖੀ ਦੀ ਡੈਫੀਨੇਸ਼ਨ ਹੀ ਗਲਤ ਪ੍ਰਚਾਰ ਰਿਹਾ ਆ, ਸਿੱਖ ਧਰਮ ਨੂੰ ਹੀ ਗਲਤ ਪ੍ਰਚਾਰ ਰਿਹਾ ਆ। ਹੈਂ, ਫਿਰ ਉਹਨਾਂ ਸ਼ਬਦਾਂ ਦਾ ਕਿੱਦਾਂ ਕਰਨਾ? ਤੂੰ ਬਾਬਾ ਮੱਖਣ ਸ਼ਾਹ ਲਵਾਣੇ ਦਾ ਇਤਿਹਾਸ ਸਾਰਾ ਕੰਡੈਮ ਕਰਤਾ। ਉਹ ਅਰਦਾਸ ਨਾਲ ਕਹਿੰਦਾ ਹੁੰਦਾ ਹੀ ਕੱਖ ਨਹੀਂ। ਇੱਦਾਂ ਥੋੜ੍ਹੀ ਹੋ ਸਕਦਾ ਕਿ ਮੋਢਾ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੇੜਾ ਬੰਨੇ ਲਾਤਾ। ਇੱਦਾਂ ਕਿੱਦਾਂ ਹੋ ਸਕਦਾ? ਹਾਂਜੀ, ਫਿਰ ਜਿੰਨੇ ਜਾਣੇ ਖੜੇ ਆ, ਫਿਰ ਤੁਸੀਂ ਅਰਦਾਸਾਂ ਨਾ ਕਰਾਇਆ ਕਰੋ ਯਾਰ। ਨਾ ਘਰਾਂ ਦੇ ਵਿੱਚ ਅਰਦਾਸਾਂ ਕਰਾਓ। ਫਿਰ ਨਾ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਆ, ਉਦੋਂ ਵੀ ਕਿਉਂ ਅਰਦਾਸਾਂ ਕਰਾਉਂਦੇ ਆ? ਵਿਆਹ ਵੇਲੇ ਕਿਉਂ ਕਰਾਉਂਦੇ ਹੋ? ਤੁਹਾਡੇ ਬੱਚਾ ਕੋਈ ਫੈਮਿਲੀ ਦੇ ਵਿੱਚ, ਕੋਈ ਪਰਿਵਾਰ ਵਿੱਚ ਆਉਂਦਾ ਆ, ਕੀ ਤੁਸੀਂ ਗੁਰੂ ਘਰ ਨਹੀਂ ਲੈ ਕੇ ਆਉਂਦੇ ਹੋ? ਗਿਆਨ ਤੇ ਲੈਣ ਵਾਸਤੇ ਹੁੰਦਾ। ਬੱਚੇ ਨੂੰ ਕੀ ਉੱਥੇ ਲੈ ਕੇ ਆਉਣਾ? ਕਾਹਦੇ ਵਾਸਤੇ ਲੈ ਕੇ ਆਉਣਾ? ਉਹਦੇ ਜਦੋਂ ਵੱਡਾ ਹੋਊ ਆਪੇ ਉਹਨੇ ਗਿਆਨ ਸਮਝ ਲੈਣਾ ਹੈ। ਗੱਲ ਤੇ ਗਿਆਨ ਦੀ ਸਮਝਣੀ ਹੈ ਗੱਲ। ਜੇ ਤੁਸੀਂ ਇੱਦਾਂ ਕਹਿੰਦੇ ਹੋ, ਤੁਹਾਡੇ ਕਹਿਣ ਮੁਤਾਬਕ ਵੀ ਜਦੋਂ ਤੁਸੀਂ ਕਹਿੰਦੇ ਵੀ ਗਿਆਨ ਜਿੱਦਾਂ ਧੁੰਦਾ ਕਹਿੰਦਾ ਆ, ਸਤਿਗੁਰ ਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਆ, ਉਹ ਗਿਆਨ, ਜੇ ਇਕੱਲੀ ਗਿਆਨ ਦੀ ਗੱਲ ਹੋਵੇ ਤਾਂ ਉਹ 1-2 ਮਹੀਨੇ ਲਾ ਕੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ, ਉਹਦੇ ਅਰਥ ਸਮਝੇ ਜਾ ਸਕਦੇ ਆ, ਅਤੇ ਉਹ ਦੁਬਾਰਾ ਸਾਨੂੰ ਫਿਰ ਕਰਨ ਦੀ ਲੋੜ ਹੀ ਨਹੀਂ ਹੈ। ਫਿਰ ਮਹਾਰਾਜ ਨੇ ਕਿਉਂ ਕਿਹਾ ਵੀ ਨਿਤਨੇਮ ਰੋਜ਼ ਕਰਨਾ, ਭਾਵੇਂ ਮਰਦੇ ਦਮ ਤੱਕ ਕਰਨਾ। ਹਾਂਜੀ, ਜੇ ਇਕੱਲੀ ਸਮਝਣ ਦੀ ਗੱਲ ਹੈ ਵੀ ਹਾਂ ਵੀ ਉਹਦੇ ਵਿੱਚ ਲਿਖਿਆ ਪਤਾ ਹੀ ਹੁੰਦਾ ਵੀ ਹਾਂ ਇਹ ਜਪਜੀ ਸਾਹਿਬ 'ਚ ਜਿਹੜੀਆਂ ਚੀਜ਼ਾਂ 2 ਮਹੀਨੇ ਲਾ ਕੇ ਕੰਠ ਕਰਕੇ ਵਧੀਆ ਤਰੀਕੇ ਦੇ ਨਾਲ ਆਪਾਂ ਸਮਝ ਗਏ, ਦੁਬਾਰਾ ਫਿਰ ਜਪਜੀ ਸਾਹਿਬ ਪੜ੍ਹਨ ਦੀ ਸਾਨੂੰ ਲੋੜ ਹੀ ਨਹੀਂ ਹੈ। ਯਾਰ ਗੱਲ ਨੂੰ ਤੁਸੀਂ ਸਮਝੋ ਤਾਂ ਸਹੀ ਵੀ ਬੰਦਾ ਉਹ ਕਰ ਕੀ ਰਿਹਾ ਆ। ਉਹ ਸਿੱਖੀ ਦਾ ਮੂਲ ਸਿਧਾਂਤ ਹੀ ਜਿਹੜਾ ਹੈਗਾ ਉਲਟ ਜਿਹੜਾ ਲੋਕਾਂ ਨੂੰ ਜਿਹੜਾ ਹੈਗਾ ਆ ਉਹ ਦੱਸ ਰਿਹਾ ਆ। ਗੱਲ ਤੇ ਇਹ ਹੈ ਕਿ ਰੱਬ ਨੂੰ ਜੇ ਤੁਸੀਂ ਧਰਮ ਨੂੰ ਮੰਨਣਾ ਆ, ਤੁਸੀਂ ਆਪਣਾ ਕੋਈ ਵੱਖਰਾ ਕੋਈ ਹਾਲ ਜਿਹਾ ਲੈ ਕੇ ਉੱਥੇ ਗੱਲਾਂ ਬਾਤਾਂ ਕਰਿਆ ਕਰੋ ਆਪਣੇ ਵੀ ਹਾਂ ਤਰੀਕੇ ਨਾਲ ਰਹਿਣਾ, ਚੰਗੀ ਤਰ੍ਹਾਂ ਰਹਿਣਾ, ਚੰਗੇ ਪਰਿਵਾਰ ਰਹਿਣਾ। ਗੁਰੂ ਘਰ ਦੀ ਸਟੇਜ ਵਾਸਤੇ ਇਹ ਬੰਦੇ ਨਹੀਂ ਆ।
ਇਹ ਕਾਮਰੇਡ ਬੰਦੇ ਨੇ, ਨਾਸਤਕ ਬੰਦੇ ਨੇ। ਗੁਰੂ ਨੂੰ ਮੰਨਣਾ ਮਤਲਬ ਰੱਬ ਨੂੰ ਮੰਨਣਾ, ਗੁਰ ਪਰਮੇਸ਼ਰ ਇੱਕੋ ਜਾਣ। ਤੇ ਰੱਬ ਨੂੰ ਮੰਨਣਾ ਮਤਲਬ ਦ੍ਰਿਸ਼ ਸ਼ਕਤੀ ਨੂੰ ਮੰਨਣਾ, ਤੇ ਜਿਹੜੀ ਸਾਰੀ ਸੰਸਾਰ ਦੇ ਵਿੱਚ ਵਰਤਦੀ ਆ ਉਹ। ਤੇ ਇਹ ਤੇ ਮਨੁੱਕਰ ਆ ਸਾਰਾ। ਹਾਂਜੀ, ਤੇ ਫਿਰ ਕਿੱਦਾਂ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਕਿ ਇਹ ਬੰਦਾ ਜਿਹੜਾ ਹੈਗਾ ਆ ਇਹ ਨਿਰੋਲ ਸੱਚ ਦਾ ਪ੍ਰਚਾਰ ਕਰ ਰਿਹਾ? ਕਿਹੜੇ ਸੱਚ ਦਾ ਪ੍ਰਚਾਰ ਕਰ ਰਿਹਾ ਵੀ ਇਹ? ਕਿਹੜਾ ਸੱਚ ਹੈ ਇਹਦਾ? ਇਹ ਸੱਚ ਆ ਕਿ ਹਾਂ ਵੀ ਜਿਹੜੀ ਹੈਗੀ ਆ ਜਾਪ ਸਾਹਿਬ ਬਾਣੀ ਨਹੀਂ ਹੈ, ਚੌਪਈ ਸਾਹਿਬ ਬਾਣੀ ਨਹੀਂ ਹੈ, ਸੋਈਏ ਬਾਣੀ ਨਹੀਂ ਹੈ। ਹਾਂਜੀ, ਫਿਰ ਨਿਤਨੇਮ ਇਹਨੇ ਕਿਰਪਾਨ ਕਿਉਂ ਕਹਿੰਦਾ? ਕਿਰਪਾਨ ਲਾ ਦੇ। ਕਿਰਪਾਨ ਭਾਈ ਹੈ ਉਹਦੇ ਦਸਮ ਬਾਣੀ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ 3 ਬਾਣੀਆਂ ਤੇ ਉੱਥੋਂ ਪੜ੍ਹੀਆਂ ਗਈਆਂ। ਕਿਰਪਾਨ ਕਿਉਂ ਪਾਈ ਫਿਰਦਾ? ਲੋਕਾਂ ਨੂੰ ਦਿਖਾਵਾ ਕਿਉਂ ਕਰਦਾ? ਬੇਵਕੂਫ ਕਿਉਂ ਬਣਾਈ ਜਾਂਦਾ ਆ? ਹਾਂਜੀ, ਫਿਰ ਦਸਤਾਰ ਜਿਹੜੀ ਬੰਨੀ ਆ ਉਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਆ। ਚੰਗਾ ਇਨਸਾਨ ਤੇ ਮੋਨੇ ਕਲੀਨ ਸ਼ੇਪ ਜਿਹੜੇ ਆ ਉਹ ਵੀ ਬੜੇ ਵਧੀਆ, ਬਹੁਤ ਵਧੀਆ ਪਰਿਵਾਰ ਪਾਲਦੇ, ਵਧੀਆ ਵਧੀਆ ਘਰ ਨੇ, ਵਧੀਆ ਫੈਮਲੀਆਂ ਆ, ਉਹ ਕਲੀਨ ਸ਼ੇਪ ਵਧੀਆ ਨੇ ਸਾਰੇ। ਫਿਰ ਉਹ ਵੀ ਧਰਮ ਤੇ ਉਹ ਵੀ ਕਮਾ ਰਹੇ। ਫਿਰ ਅੰਮ੍ਰਿਤ ਛਕਣ ਦੀ ਕੀ ਲੋੜ ਆ? ਅੰਮ੍ਰਿਤ ਕਾਹਦੇ ਵਾਸਤੇ ਛਕਣਾ? ਨਾਮ ਨੂੰ ਕਿਉਂ ਜਪਣਾ ਹੈ? ਮਹਾਰਾਜ ਕਹਿੰਦਾ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਢੀ ਹੈ। ਵੀ ਇਹ ਜਿਹੜੀ ਰਸਨਾ ਜਿਹੜੀ ਉਹ ਨਾਮ ਨਹੀਂ ਜਪਦੀ ਉਹਨੂੰ ਤਿਲ ਤਿਲ ਕਰਕੇ ਕੱਟ ਦੇਣੀ ਚਾਹੀਦੀ। ਹੁਣ ਤੁਸੀਂ ਦੱਸੋ ਕੀ ਕਹੀਏ ਹੁਣ ਉੱਥੇ? ਹਾਂਜੀ, ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਇਹਨੂੰ ਪੁੱਛੋ, ਕਿਉਂਕਿ ਇਹ ਗੱਲਾਂ ਜਿਹੜੀਆਂ ਅਸੀਂ ਲਿਖ ਕੇ, ਜਿਹੜਾ ਬਾਜਵਾ ਆ ਸਾਂਝ TV ਵਾਲਾ, ਉਹਨੂੰ ਆਪਾਂ ਕਿਹਾ ਸੀਗਾ ਕਿ ਇਹ ਜਿਹੜੇ ਕੁਐਸਚਨ ਇਹਨੂੰ ਪੁੱਛਣੇ ਆ। ਜੇ ਕਮੇਟੀ ਬਾਬਾ ਮੱਖਣ ਸ਼ਾਹ ਲਵਾਣੇ ਵਾਲੀ ਕਮੇਟੀ ਜਿਹੜੀ ਸੱਚੀ ਹੁੰਦੀ, ਉਹਨੂੰ ਬਿਠਾਉਂਦੀ, ਉਹਨੂੰ ਬਿਠਾ ਕੇ ਤੇ ਪੁੱਛਦੀ ਵੀ ਆ ਭਾਈ ਆਹ ਸਵਾਲ ਆ, ਅਗਲੇ ਦੇ ਸਵਾਲ ਦੇ ਉੱਤਰ ਦੇ ਗੱਲ ਖਤਮ ਕਰ। ਕਿਉਂ? ਨਾਲੇ ਸਾਰੀ ਦੁਨੀਆ ਦੇ ਵਿੱਚ ਦੁਬਿਧਾ ਖਤਮ ਹੋ ਜਾਂਦੀ ਆ। ਹਾਂਜੀ, ਬਾਬਾ ਮੱਖਣ ਸ਼ਾਹ ਲਵਾਣੇ ਦਾ ਇਤਿਹਾਸ ਜਿਹੜਾ ਇਹਨੇ ਕੰਡੈਮ ਕੀਤਾ, ਉਹਦਾ ਦੱਸ ਦੇਵੇ ਵੀ ਉਹਦਾ ਕੀ ਕਰਨਾ ਹੈ, ਕਿੱਦਾਂ ਕਰਨੀ ਹੈ। ਬੇਵਕੂਫ ਨਾ ਬਣਾਓ ਲੋਕਾਂ ਨੂੰ ਯਾਰ। ਤੁਸੀਂ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਗੁਰਬਾਣੀ ਦਾ ਪ੍ਰਚਾਰ ਜਿਹੜਾ ਹੁੰਦਾ, ਜਿਹੜਾ ਜੇ ਸਿਆਣਾ ਬੰਦਾ ਹੁੰਦਾ ਨਾ, ਉਹਨੂੰ ਇਹ ਹੁੰਦਾ ਵੀ ਭਾਈ ਤੁਹਾਡੇ ਘਰ ਦੇ ਵਿੱਚ ਲੜਾਈ ਪੈਂਦੀ ਹੈ ਮੇਰੇ ਕਰਕੇ, ਵੀ ਮੈਂ ਆਊਂਗਾ ਐਵੇਂ ਘਰ 'ਚ ਤਾਂ ਤੁਸੀਂ ਲੜਾਈ ਪਾ, ਤੁਸੀਂ 30-35 ਸਾਲਾਂ ਦੇ ਰਹਿੰਦੇ ਹੋ, ਮੈਂ ਨਹੀਂ ਆਉਣਾ, ਮੈਂ ਨਹੀਂ ਆ ਸਕਦਾ ਕਿਉਂਕਿ ਤੁਹਾਡੇ ਘਰ 'ਚ ਲੜਾਈ ਪਊਗੀ, ਮੈਨੂੰ ਕੀ ਲੋੜ ਪਈ। ਹਾਂਜੀ, ਸੋ ਇਹ ਬੇਨਤੀਆਂ ਹੈਗੀਆਂ ਆ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ, ਸਾਡਾ ਕੋਈ ਤੁਹਾਡੇ ਨਾਲ ਕੋਈ ਜਿਹੜਾ ਹੈਗਾ ਆ ਕੋਈ ਬੰਨਾ ਨਹੀਂ ਸਾਂਝਾ ਵੀ ਜਿਹਦੇ ਕਰਕੇ ਅਸੀਂ ਤੁਹਾਡੇ ਨਾਲ ਕੋਈ ਜਿਹੜਾ ਹੈਗਾ ਆ ਵੀ ਲੜ ਰਹੇ ਹਾਂ। ਤੇ ਸਾਡੀ ਧੁੰਦੇ ਨਾਲ ਵੀ ਕੋਈ ਲੜਾਈ ਨਹੀਂ ਆ। ਅਸੀਂ ਗੱਲ ਸਿਰਫ ਇੰਨੀ ਕਰਦੇ ਹਾਂ ਵੀ ਜਿਹੜੀਆਂ ਤੂੰ ਗੱਲਾਂ ਕਹਿਣਾ ਆ ਉਹ ਸਿੱਖੀ ਦੀ ਜਿਹੜੀ ਡੈਫੀਨੇਸ਼ਨ ਆ ਉਹ ਗਲਤ ਡਿਫਾਈਨ ਲੋਕਾਂ ਨੂੰ ਕਰਕੇ ਦੱਸ ਰਿਹਾ ਤੂੰ, ਉਹ ਗਲਤ ਆ। ਹਾਂਜੀ, ਧਰਮ ਨੂੰ ਜੇ ਤੂੰ ਮੰਨਦਾ, ਚਿੱਟੇ ਕੱਪੜੇ ਪਾਏ ਆ, ਕਿਰਪਾਨ ਪਾਈ ਆ, ਤੇ ਫਿਰ ਧਰਮ ਦਾ ਪ੍ਰਚਾਰ ਕਰ। ਧਰਮ ਹੁੰਦਾ ਕੀ ਹੈ? ਤੈਨੂੰ ਧਰਮ ਦੀ ਸੋਝੀ ਨਹੀਂ ਹੈ? ਧਰਮ ਕੀ ਆ? ਧਰਮ ਦਾ ਤੈਨੂੰ ਪਤਾ ਨਹੀਂ ਹੈ। ਜੇ ਧਰਮ ਦਾ ਪਤਾ ਹੋਵੇ ਤੇ ਤੂੰ ਉਸ ਅਦ੍ਰਿਸ਼ਟ ਸ਼ਕਤੀ ਨੂੰ ਮੰਨੇ, ਉਸ ਪਾਵਰ ਨੂੰ ਮੰਨੇ। ਉਹ ਤੋਂ ਤੂੰ ਮਨੁੱਖਰ ਆ, ਤੂੰ ਧਰਮੀ ਕਿੱਦਾਂ ਆ? ਤੂੰ ਪ੍ਰਚਾਰਕ ਕਿੱਦਾਂ? ਮੈਨੂੰ ਤੇ ਇਹ ਨਹੀਂ ਸਮਝ ਲੱਗ ਰਹੀ। ਸੋ ਮੈਂ ਇਹ ਬੇਨਤੀਆਂ ਕਰਦਾ, ਇਹਨੂੰ ਇਹ ਜਿਹੜੇ ਸਵਾਲ ਮੈਂ ਪਿੱਛੇ ਕੀਤੇ ਆ ਵੀਡੀਓ ਦੇ ਵਿੱਚ, ਇਹਨਾਂ ਕੋਲੋਂ ਇੱਕ ਧੁੰਦੇ ਕੋਲੋਂ ਪੁੱਛੋ। ਫਿਰ ਆਪਾਂ ਜਿਹੜਾ ਹੈਗਾ ਮੰਨਾਂਗੇ ਵੀ ਹਾਂ ਯਾਰ ਕਮੇਟੀਆਂ ਸੱਚੀਆਂ ਅਤੇ ਇਮਾਨਦਾਰ ਨੇ। ਇਮਾਨਦਾਰੀ ਨਾਲ ਇਹਨਾਂ ਨੂੰ ਪੁੱਛੋ ਵੀ ਹਾਂ ਭਾਈ ਵੀ ਇਹ ਸਵਾਲ ਨੇ, ਇਹਨਾਂ ਦੇ ਜਵਾਬ ਦੇ। ਹਾਂਜੀ, ਸੋ ਮੈਂ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।